ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਕੁਝ ਵਿਚਾਰਾਂ ਕਰਾਂਗੇ, ਕਿਉਂਕਿ ਵੇਖੋ ਗੁਰੂ ਸਾਹਿਬਾਨ ਦੇ ਜੀਵਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ। ਗੁਰੂ ਸਾਹਿਬਾਨ ਨੇ ਜਿੱਥੇ ਅਧਿਆਤਮਕ ਗਿਆਨ ਦਿੱਤਾ, ਆਤਮਾ ਦਾ ਪਰਮਾਤਮਾ ਨਾਲ ਕਿਵੇਂ ਮੇਲ ਹੋ ਸਕਦਾ, ਰੱਬੀ ਬਾਣੀ ਧੁਰ ਕੀ ਬਾਣੀ ਪੜ੍ਹਨ ਦੇ ਨਾਲ ਜਿਹੜੀ ਆਤਮਾ ਸਾਡੀ ਸ਼ੁੱਧ ਹੁੰਦੀ ਹੈ, ਪਵਿੱਤਰ ਹੁੰਦੀ ਹੈ, ਅਤੇ ਪਵਿੱਤਰ ਚੀਜ਼ ਹੀ ਜਿਹੜੀ ਹੁੰਦੀ, ਸ਼ੁੱਧ ਚੀਜ਼ ਜਿਹੜੀ ਹੁੰਦੀ, ਉਹ ਹੀ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੀ ਹੈ। ਸੋ ਪਰਮਾਤਮਾ ਅਤੇ ਆਤਮਾ ਦਾ ਜਿਹੜਾ ਰਿਸ਼ਤਾ ਵਾ, ਇਹ ਪਤੀ ਪਤਨੀ ਵਾਲਾ ਗੁਰਬਾਣੀ ਵਿੱਚ ਦਰਸਾਇਆ ਗਿਆ। ਔਰ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਤਨੀ ਆਪਣੇ ਪਤੀ ਦੇ ਮਿਲਾਪ ਲਈ ਕਿਸ ਤਰ੍ਹਾਂ ਤੜਫਦੀ ਆ, ਕਿਸ ਤਰ੍ਹਾਂ ਵਿਲਕਦੀ ਆ, ਇਸੇ ਤਰ੍ਹਾਂ ਹੀ ਜਿਹੜੀ ਆਤਮਾ ਪਰਮਾਤਮਾ ਦੇ ਮਿਲਾਪ ਲਈ ਜਿਹੜੀ ਆ ਵਿਲਕਦੀ ਆ। ਸੋ ਆਤਮਾ ਦੇ ਜੇਕਰ ਅਸੀਂ ਆਪਣੇ ਮੂਲ ਨਾਲੋਂ ਟੁੱਟ ਜਾਵਾਂਗੇ, ਪਰਮਾਤਮਾ ਦੀ ਬੰਦਗੀ ਨਾ ਕਰਾਂਗੇ, ਤਾਂ ਫਿਰ ਅਸੀਂ ਦੁਨਿਆਵੀ ਵਿਕਾਰਾਂ ਦੇ ਵਿੱਚ ਖਚਿਤ ਹੋ ਕੇ ਆਪਣਾ ਜੀਵਨ ਬਰਬਾਦ ਕਰ ਲਾਂਗੇ, ਅਤੇ ਸਾਨੂੰ ਜਿਹੜੀਆਂ ਦੁਨਿਆਵੀ ਚਿੰਤਾਵਾਂ ਨੇ, ਸੰਸਾਰਕ ਸਮੱਸਿਆਵਾਂ ਨੇ, ਹੋਰ ਪਰੇਸ਼ਾਨੀਆਂ ਜਿਹੜੀਆਂ ਸਾਨੂੰ ਉਹ ਸਰੀਰਕ ਤੌਰ 'ਤੇ ਦਿਮਾਗੀ ਤੌਰ 'ਤੇ ਬਿਮਾਰ ਕਰ ਦੇਣਗੀਆਂ। ਸੋ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੀ ਰਚਨਾ ਕੀਤੀ। ਜਪਜੀ ਸਾਹਿਬ, ਆਸਾ ਦੀ ਵਾਰ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਬਾਣੀਆਂ ਲਿਖੀਆਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ, ਬਿਰਾਜਮਾਨ ਨੇ। ਸੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਜੀ ਸੀ, ਅਤੇ ਉਹਨਾਂ ਦੀ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਅਤੇ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਵਾ, ਉਹ ਰਾਏ ਭੋਏ ਦੀ ਤਲਵੰਡੀ, ਲਾਹੌਰ ਵਿਖੇ ਜਿਹੜਾ ਵਾ ਹੋਇਆ। ਗੁਰੂ ਨਾਨਕ ਦੇਵ ਜੀ ਦੇ ਜਿਹੜੀ ਸ਼ਾਦੀ ਆ ਬੀਬੀ ਸੁਲੱਖਣੀ ਜੀ ਨਾਲ ਹੋਈ, ਔਰ ਉਹਨਾਂ ਦੇ 2 ਬੱਚੇ ਹੋਏ, 2 ਬੇਟੇ ਹੋਏ। ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਸੀ। ਗੁਰੂ ਨਾਨਕ ਦੇਵ ਜੀ ਸ਼ੁਰੂ ਤੋਂ ਹੀ ਅਧਿਆਤਮਕ ਵਿਚਾਰਾਂ ਦੇ ਮਾਲਕ ਸਨ। ਸੋ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਜਿਹੜੇ ਆ, ਉਹ ਬਾਨੀ ਜਿਹੜੇ ਮੰਨੇ ਜਾਂਦੇ ਆ ਜਾਂ ਹੈ ਨੇ। ਔਰ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਵਾ 1469 ਈਸਵੀ ਨੂੰ ਤਲਵੰਡੀ, ਜੋ ਪਾਕਿਸਤਾਨ ਆ, ਵਿਖੇ ਹੋਇਆ। ਔਰ ਇਹ ਸਥਾਨ ਅੱਜ ਕੱਲ੍ਹ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਆ। ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਜਿਹੜਾ ਵਾ ਮਹਿਤਾ ਕਾਲੂ ਸੀ, ਅਤੇ ਮਾਤਾ ਦਾ ਨਾਂ ਜਿਹੜਾ ਤ੍ਰਿਪਤਾ ਦੇਵੀ ਸੀ। ਔਰ ਕਹਿੰਦੇ ਨੇ ਕਿ ਜਿਹੜੇ ਆ ਬੇਦੀ ਜਾਤ ਦੇ ਖੱਤਰੀ ਪਰਿਵਾਰ ਨਾਲ ਜਿਹੜੇ ਸੰਬੰਧ ਰੱਖਦੇ ਸੀ। ਮਹਿਤਾ ਕਾਲੂ ਗੁਰੂ ਨਾਨਕ ਦੇਵ ਜੀ ਦੇ ਪਿਤਾ ਸੀ, ਅਤੇ ਉਹ ਤਲਵੰਡੀ ਦੇ ਪਟਵਾਰੀ ਸਨ। ਸੋ ਗੁਰੂ ਨਾਨਕ ਦੇਵ ਜੀ ਦਾ ਨਾਨਕ ਨਾਂ ਕਿਉਂ ਰੱਖਿਆ ਗਿਆ, ਇਸ ਸੰਬੰਧ ਵਿੱਚ ਦੱਸਿਆ ਜਾਂਦਾ ਵਾ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਨਾਨਕੇ ਘਰ ਹੋਇਆ, ਇਸ ਕਰਕੇ ਉਹਨਾਂ ਨੂੰ ਨਾਨਕ ਦੇ ਨਾਂ ਨਾਲ ਸੰਬੋਧਿਤ ਕਰਨ ਲੱਗ ਪਏ। ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਨਾਨਕੀ ਸੀ। ਔਰ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਇਸ ਕਰਕੇ ਕੀਤਾ ਕਿ ਗੁਰੂ ਨਾਨਕ ਦੇਵ ਜੀ ਧਾਗਿਆਂ ਦਾ ਜਨੇਊ ਨਹੀਂ, ਬਲਕਿ 4 ਮਹਾਨ ਗੁਣਾਂ ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸਤਵਟ, ਇਹ ਜਨੇਊ ਜੀ ਕਾ ਹੈ ਦਾ ਪਾਂਡੇ ਘੱਤ। ਗੁਰਬਾਣੀ ਵਿੱਚ ਇਹ ਪੰਕਤੀ ਆਉਂਦੀ ਹੈ।
कि साडे विच दया संतोख जत सत ਜਿਹੜੇ ਗੁਣ ਆ ਉਹ ਹੋਣੇ ਜ਼ਰੂਰੀ ਆ। ਸੋ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਅਧਿਆਪਕ ਸਾਹਿਬਾਨ ਸੀਗੇ ਉਹ ਵੀ ਉਹਨਾਂ ਦੀ ਸ਼ਖਸੀਅਤ ਤੋਂ ਬੜੇ ਪ੍ਰਭਾਵਿਤ ਹੋਏ। ਕਹਿੰਦੇ ਨੇ ਕਿ ਬਚਪਨ ਵਿੱਚ ਉਹਨਾਂ ਦੇ ਜਿਹੜੇ ਅਧਿਆਪਕ ਸੀਗੇ ਉਹ ਪੰਡਿਤ ਗੋਪਾਲ ਜੀ ਅਤੇ ਕਾਜੀ ਰੁਕਨਦੀਨ ਤੋਂ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ। ਸੋ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸ਼ਾਦੀ ਆ ਬੀਬੀ ਸੁਲੱਖਣੀ ਜੀ ਦੇ ਨਾਲ ਹੋਈ ਆ ਔਰ ਪਤਨੀ ਬੀਬੀ ਸੁਲੱਖਣੀ ਜੀ ਜਿਹੜੀ ਆ ਇਹਨਾਂ ਦੀ ਕੁੱਖੋਂ 2 ਬੱਚੇ ਪੈਦਾ ਹੋਏ ਜਿਨ੍ਹਾਂ ਦੇ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਜਿਨ੍ਹਾਂ ਦਾ ਨਾਂ ਸ਼੍ਰੀ ਚੰਦ ਅਤੇ ਲਖਮੀ ਦਾਸ ਸੀ। ਗੁਰੂ ਨਾਨਕ ਦੇਵ ਜੀ ਦੇ 20 ਰੁਪਏ ਆਪਣੇ ਪਿਤਾ ਤੋਂ ਵਪਾਰ ਕਰਨ ਲਈ ਲਏ ਸੀਗੇ ਔਰ ਇਹਨਾਂ ਰੁਪਇਆਂ ਦੇ ਨਾਲ ਉਸ ਸਮੇਂ 20 ਰੁਪਈਏ ਬਹੁਤ ਹੁੰਦੇ ਸੀਗੇ ਔਰ ਉਹਨਾਂ ਨੇ ਵਪਾਰ ਕਰਨ ਦੀ ਬਜਾਏ ਭੁੱਖੇ ਸਾਧੂਆਂ ਸੰਤਾਂ ਨੂੰ ਰਸਤੇ ਵਿੱਚ ਭੋਜਨ ਛਕਾ ਕੇ ਸੱਚਾ ਸੌਦਾ ਕੀਤਾ। ਬੇਸ਼ੱਕ ਉਹਨਾਂ ਨੂੰ ਆਪਣੇ ਪਿਤਾ ਤੋਂ ਡਾਂਟ ਵੀ ਪਈ, ਝਿੜਕਾਂ ਵੀ ਪਈਆਂ, ਪਰ ਗੁਰੂ ਸਾਹਿਬਾਨ ਜਿਹੜੇ ਆ ਉਹ ਕਿਸੇ ਦਾ ਦੁੱਖ ਵੇਖ ਕੇ, ਕਿਸੇ ਦੀ ਭੁੱਖ ਵੇਖ ਕੇ ਜਿਹੜੇ ਆ ਜਰ ਨਹੀਂ ਸੀ ਸਕਦੇ, ਬਰਦਾਸ਼ਤ ਨਹੀਂ ਸੀ ਕਰਦੇ। ਆਪ ਬੜੇ ਨਿਰਮਲ ਸ਼ੁੱਧ ਹਿਰਦੇ ਵਾਲੇ ਸੀਗੇ ਔਰ ਆਪ ਜੀ ਦੇ ਮਨ ਵਿੱਚ ਦਇਆ ਦੀ ਭਾਵਨਾ ਆ ਗਈ। ਗੁਰੂ ਨਾਨਕ ਦੇਵ ਜੀ ਨੂੰ ਇਸ ਤੋਂ ਬਾਅਦ ਸੁਲਤਾਨਪੁਰ ਨੌਕਰੀ ਕਰਨ ਦੇ ਲਈ ਭੇਜਿਆ ਗਿਆ ਮੋਦੀ ਖਾਨੇ ਵਿੱਚ ਔਰ ਉੱਥੇ ਵੀ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਹਾਰ ਮੁਤਾਬਕ ਜਿਹੜਾ ਸੱਚਾ ਸੌਦਾ ਹੀ ਕੀਤਾ। ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਆਪਣੇ ਜੀਜੇ ਜੈ ਰਾਮ ਜਿਹੜੇ ਬੀਬੀ ਨਾਨਕੀ ਜੀ ਦੇ ਪਤੀ ਸੀਗੇ ਦੇ ਕੋਲ ਮੋਦੀ ਖਾਨੇ ਵਿੱਚ ਉੱਥੇ ਨੌਕਰੀ ਕੀਤੀ ਜਾਂ ਕੰਮ ਕੀਤਾ। ਸੋ ਗੁਰੂ ਨਾਨਕ ਦੇਵ ਜੀ ਦੇ ਆਰੰਭਕ ਸਮੇਂ ਨਾਲ ਸੰਬੰਧਿਤ 2 ਸਥਾਨਾਂ ਦੇ ਨਾਂ ਤਲਵੰਡੀ ਜੋ ਨਨਕਾਣਾ ਸਾਹਿਬ ਹੈ ਅਤੇ ਸੁਲਤਾਨਪੁਰ ਲੋਧੀ ਇਹ ਮਸ਼ਹੂਰ ਆ। ਗੁਰੂ ਨਾਨਕ ਦੇਵ ਜੀ ਨੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਿਆ ਵਾ ਉਸ ਸਮੇਂ ਜਿਹੜੇ ਸਮਾਜ ਵਿੱਚ ਕੁਰੀਤੀਆਂ ਫੈਲੀਆਂ, ਜਿਵੇਂ ਮੰਨ ਲਓ ਸਤੀ ਪ੍ਰਥਾ ਸੀਗੀ, ਜਾਤ ਪਾਤ ਸੀ, ਊਚ ਨੀਚ, ਛੂਤਾ ਛਾਤ ਵਰਗੀਆਂ ਬਿਮਾਰੀਆਂ ਜਿਹੜੀਆਂ ਉਸ ਸਮੇਂ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਸੀਗੀਆਂ ਔਰ ਇਸਤਰੀਆਂ ਦੀ ਜਿਹੜੀ ਹਾਲਤ ਬੜੀ ਮਾੜੀ ਸੀ ਉਸ ਵੇਲੇ, ਇੱਥੋਂ ਤੱਕ ਕਿ ਇਹਨਾਂ ਨੂੰ ਖਰੀਦ ਅਤੇ ਵੇਚ ਵੀ ਦਿੱਤਾ ਜਾਂਦਾ ਸੀਗਾ। ਸੋ ਗੁਰੂ ਨਾਨਕ ਦੇਵ ਜੀ ਇੱਕ ਬੜੇ ਤੀਖਣ ਬੁੱਧੀ ਦੇ ਮਾਲਕ ਸੀਗੇ। ਉਹਨਾਂ ਨੇ ਉਹਨਾਂ ਦੇ ਦੁੱਖਾਂ ਨੂੰ ਮਹਿਸੂਸ ਕੀਤਾ ਅਤੇ ਔਰ ਇਹਨਾਂ ਸਾਰੀਆਂ ਜਿਹੜੀਆਂ ਕੁਰੀਤੀਆਂ ਦਾ ਖੰਡਨ ਕੀਤਾ। ਉਹਨਾਂ ਨੇ ਬੜੇ ਜ਼ੋਰਦਾਰ ਸ਼ਬਦਾਂ ਵਿੱਚ, ਬਾਣੀ ਦੇ ਵਿੱਚ ਵੀ ਪ੍ਰਮਾਣ ਮਿਲਦੇ ਸਾਨੂੰ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰੁਝਾਨ, ਕਿ ਉਹਨਾਂ ਇਸਤਰੀਆਂ ਨੂੰ ਕਿਉਂ ਅਸੀਂ ਮਾੜਾ ਕਹਿਣਾ ਜਿਨ੍ਹਾਂ ਨੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਸਮਰਾਟਾਂ ਨੂੰ ਜਨਮ ਦਿੱਤਾ ਵਾ, ਕਿਉਂਕਿ ਇਸਤਰੀ ਦੀ ਕੁੱਖ ਤੋਂ ਹੀ ਜਿਹੜੇ ਆ ਮਰਦ ਜਿਹਨਾਂ ਨੂੰ ਅਸੀਂ ਬੱਚੇ ਜਿਹੜੇ ਬੇਟੇ ਪੈਦਾ ਹੁੰਦੇ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਇਸਤਰੀ ਵੀ ਜਿਹੜੀ ਆ ਉਹ ਮਰਦ ਨਾਲੋਂ ਕਿਸੇ ਗੱਲੋਂ ਘੱਟ ਨਹੀਂ। ਸੋ ਗੁਰੂ ਨਾਨਕ ਦੇਵ ਜੀ ਨੇ ਹੋਰ ਬਹੁਤ ਸਾਰੇ ਜਿਹੜੇ ਕਾਰਜ ਕੀਤੇ ਜਿਨ੍ਹਾਂ ਦਾ ਜ਼ਿਕਰ ਅਸੀਂ ਆਪਣੇ ਇਸ ਵਿਚਾਰ ਦੇ ਵਿੱਚ ਕਰਾਂਗੇ ਔਰ ਉਹਨਾਂ ਦੀਆਂ ਸਿੱਖਿਆਵਾਂ ਇਹੋ ਸੀ ਕਿ ਪਰਮਾਤਮਾ ਇੱਕ ਆ ਅਤੇ ਉਹ ਸਰਵ ਸ਼ਕਤੀਮਾਨ ਆ ਅਤੇ ਮਨੁੱਖਾਂ ਨੂੰ ਉਹਨਾਂ ਦੇ ਕਰਮਾਂ ਦੇ ਅਨੁਸਾਰ ਜਿਹੜਾ ਫਲ ਮਿਲਦਾ ਵਾ। ਕਰਮੀ ਆਪੋ ਆਪਣੀ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮਾਇਆ ਦਾ ਸੰਕਲਪ ਕੀ ਸੀਗਾ। ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਇੱਕ ਮਾਇਆ ਦੇ ਸਮਾਨ ਸਮਝਦੇ ਸੀ। ਉਹ ਮਾਇਆ ਨੂੰ ਮਨੁੱਖ ਲਈ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਇੱਕ ਰੁਕਾਵਟ ਸਮਝਦੇ ਸੀ, ਕਿਉਂਕਿ ਜਿਹੜੀ ਮੋਹ ਮਮਤਾ ਜਿਹੜੀ ਆ ਉਹ ਸਾਨੂੰ ਪਰਮਾਤਮਾ ਦੇ ਨਾਲੋਂ ਤੋੜਦੀ ਹੈ। ਗੁਰੂ ਸਾਹਿਬਾਨ ਨੇ ਕਿਹਾ ਕਿ ਅੰਜਣ ਮਾਹੇ ਨਰੰਜਨ ਰਹੀਏ, ਇਹ ਨਹੀਂ। ਉਹਨਾਂ ਨੇ ਗ੍ਰਸਤੀ ਜੀਵਨ ਨੂੰ ਪਹਿਲ ਦਿੱਤੀ, ਆਪ ਵੀ ਸ਼ਾਦੀ ਕੀਤੀ, ਸੰਸਾਰਕ ਕਾਰ ਵਿਹਾਰ ਵੀ ਕੀਤੇ। ਪਰ ਉਹਨਾਂ ਕਿਹਾ ਕਿ ਜਿਵੇਂ ਜਲ ਦੇ ਵਿੱਚ ਕਮਲ ਦਾ ਫੁੱਲ ਨਿਰਾਲਮ ਰਹਿੰਦਾ ਵਾ, ਖਿੜਦਾ ਵਾ, ਸੋਹਣਾ ਲੱਗਦਾ, ਇਸੇ ਤਰ੍ਹਾਂ ਅਸੀਂ ਵੀ ਸੰਸਾਰ ਵਿੱਚ ਰਹਿੰਦੇ ਹਾਂ ਨਿਰੰਕਾਰ ਦੇ ਨਾਲ ਆਪਣਾ ਜਿਹੜਾ ਰਿਸ਼ਤਾ ਵਾ ਉਹ ਕਾਇਮ ਰੱਖਣਾ ਵਾ। ਸਾਡੀ ਪਹਿਲ ਜਿਹੜੀ ਆ ਉਹ ਪਰਮਾਤਮਾ ਨੂੰ ਹੋਣੀ ਚਾਹੀਦੀ ਆ ਕਿ ਚਿੱਤ ਜਿਹੜਾ ਵਾ ਸਾਡਾ ਕਰਤਾਰ ਵੱਲ ਹੋਣਾ ਚਾਹੀਦਾ, ਹੱਥ ਸਾਡਾ ਕਾਰ ਵੱਲ ਹੋਣਾ ਚਾਹੀਦਾ ਕਿ ਹੱਥੀਂ ਜਿਹੜੇ ਆਪਣੇ ਆਪੇ ਕਾਜ ਸਵਾਰੀਏ, ਕਿ ਆਪਣੇ ਹੱਥਾਂ ਦੇ ਨਾਲ ਆਪਣੇ ਜਿਹੜੇ ਕੰਮ ਕਰਨੇ ਚਾਹੀਦੇ। ਮਿਹਨਤ 'ਤੇ ਗੁਰੂ ਸਾਹਿਬਾਨ ਨੇ ਬਲ ਦਿੱਤਾ ਕਿ ਕਿਰਤ ਜਿਹੜੀ ਕਰੋ, ਨਾਮ ਜਪੋ, ਵੰਡ ਛਕੋ। ਗੁਰੂ ਨਾਨਕ ਸਾਹਿਬ ਨੇ ਸਮਾਜ ਵਿੱਚ ਉਸ ਸਮੇਂ ਜਿਹੜੀ ਜਾਤ ਪ੍ਰਥਾ, ਇਸ ਤੋਂ ਕਬਰਾਂ ਦੀ ਪੂਜਾ ਅਤੇ ਹੋਰ ਮੂਰਤੀ ਪੂਜਾ ਜਿਹੜੀ ਹੁੰਦੀ ਸੀ, ਉਹਨਾਂ ਦਾ ਵੀ ਉਸ ਸਮੇਂ ਜਿਹੜਾ ਵਾ ਖੰਡਨ ਕੀਤਾ। ਗੁਰੂ ਸਾਹਿਬਾਨ ਨੇ ਕਿਰਤ ਦੇ ਸਿਧਾਂਤ ਨੂੰ ਜਿਹੜੀ ਆ ਮਹੱਤਤਾ ਦਿੱਤੀ। ਗੁਰੂ ਨਾਨਕ ਸਾਹਿਬ ਦੇ ਕਿਰਤ ਦੇ ਸਿਧਾਂਤ ਤੋਂ ਭਾਵ ਸਾਨੂੰ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਉਣੀ ਚਾਹੀਦੀ ਆ, ਔਰ ਹੋਰ ਕਮਾਈ ਨੂੰ ਗੁਰੂ ਜੀ ਜਿਹੜੇ ਕਹਿੰਦੇ ਆ ਉਹ ਨੀਵੇਂ ਆਚਰਨ ਦੀ ਨਿਸ਼ਾਨੀ ਦੱਸਦੇ ਸੀ। ਕਹਿੰਦੇ ਸੀ ਕਿ ਲੁੱਟ ਖਸੁੱਟ ਦੀ ਕਮਾਈ ਜਾਂ ਰਿਸ਼ਵਤਖੋਰੀ ਕਰਨੀ ਜਾਂ ਕਿਸੇ ਦੇ ਨਾਲ ਠੱਗੀ ਠੋਰੀ ਮਾਰਨੀ, ਇਹ ਪਾਪ ਆ। ਸੋ ਗੁਰੂ ਨਾਨਕ ਸਾਹਿਬ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਨੁੱਖ ਦੇ 5 ਵੈਰੀ ਦੱਸਿਆ। ਇਹਨਾਂ ਤੋਂ ਬਚਣ ਦੀ ਲੋੜ ਆ। ਜਿੱਥੇ ਇਹਨਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਕਾਮ ਜਿਹੜਾ ਵਾ, ਕ੍ਰੋਧ ਜਿਹੜਾ ਵਾ, ਲੋਭ, ਮੋਹ, ਹੰਕਾਰ ਜਿਹੜਾ ਸਾਡੇ ਰਸਤੇ ਵਿੱਚ ਰੁਕਾਵਟ ਬਣਦਾ, ਬੇਸ਼ੱਕ ਸਾਨੂੰ ਇਹਨਾਂ ਦੀ ਸੀਮਤ ਮਾਤਰਾ ਵਿੱਚ ਲੋੜ ਵੀ ਪੈਂਦੀ ਆ ਦੁਨਿਆਵੀ ਕੰਮ ਕਾਜਾਂ ਲਈ, ਪਰ ਇਹ ਹੈ ਕਿ ਇਹਨਾਂ ਨੂੰ ਆਪਣੇ ਉੱਤੇ ਹੈਵੀ ਨਹੀਂ ਹੋਣ ਦੇਣਾ, ਔਰ ਇਹ ਨਹੀਂ ਕਿ ਇਹਨਾਂ ਦੇ ਵਿੱਚ ਹੀ ਗਰਸ ਕੇ ਆਪਣਾ ਜੀਵਨ ਬਰਬਾਦ ਕਰ ਲਈਏ। ਮਾਇਆ ਦਾ ਹੰਕਾਰ ਕਰਨਾ ਜਾਂ ਬਹੁਤ ਜ਼ਿਆਦਾ ਜਿਹੜਾ ਵਾ ਦੁਨਿਆਵੀ ਮੋਹ ਕਰਨਾ ਜਾਂ ਕਾਮੀ ਹੋ ਜਾਣਾ ਜਾਂ ਲੋਭੀ ਹੋ ਜਾਣਾ ਹੱਦ ਤੋਂ ਵੱਧ ਕੇ, ਉਹ ਗੁਰੂ ਨਾਨਕ ਜੀ ਸਾਹਿਬ ਨੇ ਵਰਜਿਤ ਕੀਤਾ ਕਿ ਨਹੀਂ, ਇਹਨਾਂ ਗੱਲਾਂ ਦੇ ਨਾਲ ਪਰਮਾਤਮਾ ਦੇ ਰਸਤੇ ਵਿੱਚ ਮਨੁੱਖੀ ਜਿਹੜਾ ਵਾ ਉਹਦੇ ਰੁਕਾਵਟ ਪੈਂਦੀ ਹੈ ਭਗਤੀ ਕਰਨ ਦੇ ਵਿੱਚ, ਪਰਮਾਤਮਾ ਨੂੰ ਮਿਲਣ ਦੇ। ਆਪਣੀ ਹੱਕ ਸੱਚ ਦੀ ਕਮਾਈ ਕਰੋ, ਔਰ ਜਿਹੜੀ ਇਸਤਰੀ ਨਾਲ ਤੁਹਾਡੀ ਸ਼ਾਦੀ ਹੁੰਦੀ ਆ ਉਹਦੇ ਨਾਲ ਆਪਣਾ ਗ੍ਰਸਤ ਧਰਮ ਜਿਹੜਾ ਵਾ ਉਹ ਕਾਇਮ ਰੱਖੋ, ਔਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੋ। ਔਰ ਇਸ ਤੋਂ ਇਲਾਵਾ ਕ੍ਰੋਧ ਜਿਹੜਾ ਵਾ ਉਹ ਅਕਲ ਨੂੰ ਖਾ ਜਾਂਦਾ ਵਾ, ਕਦੀ ਕ੍ਰੋਧੀ ਨਾ ਹੋਵੋ। ਔਰ ਇਸ ਤੋਂ ਇਲਾਵਾ ਗੁਰੂ ਸਾਹਿਬਾਨ ਨੇ ਇਹ ਵੀ ਕਿਹਾ ਕਿ ਪਰਮਾਤਮਾ ਜਿਹੜਾ ਵਾ ਉਹ ਸੱਚਾ ਗੁਰੂ ਆ, ਔਰ ਪਰਮਾਤਮਾ ਨੂੰ ਪਾਉਣ ਲਈ ਜਿਹੜੀ ਬੰਦਗੀ ਕਰੋ, ਕਿਉਂਕਿ ਸਾਡਾ ਮੂਲ ਜਿਹੜਾ ਪਰਮਾਤਮਾ ਹੀ ਆ। ਸੋ ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਜਿਹੜਾ ਵੱਡਾ ਉਦੇਸ਼ ਆ ਉਹ ਸੱਚਖੰਡ ਪਹੁੰਚਣਾ ਅਤੇ ਮੁਕਤੀ, ਜੀਵਨ ਮੁਕਤ ਜਿਹੜਾ ਹੋਣਾ। ਇਹ ਨਹੀਂ ਕਿ ਮਰਨ ਤੋਂ ਬਾਅਦ ਪਰਲੋਕ ਵਿੱਚ ਹੀ, ਸਗੋਂ ਕਿ ਜਿਉਂਦਿਆਂ ਹੀ ਆਪਣੇ ਆਪ ਨੂੰ ਸੰਸਾਰਕ ਮੋਹ ਮਾਇਆ ਦੇ ਝੰਜਟ ਤੋਂ ਬਚਾ ਕੇ ਰੱਖਣਾ ਵਾ। ਆਪਣੀ ਹੱਕ ਸੱਚ ਦੀ ਕਮਾਈ ਕਰਨੀ ਆ, ਕਿਸੇ ਨਾਲ ਈਰਖਾ ਵਿਰੋਧ ਨਹੀਂ ਕਰਨਾ, ਬੁਰਾਈ ਦੇ ਖਿਲਾਫ ਲੜਨਾ ਵਾ। ਜਿਹੜੀਆਂ ਬੁਰਾਈਆਂ ਸਮਾਜ ਵਿੱਚ ਫੈਲੀਆਂ ਹੋਈਆਂ ਵਾ ਉਹਨਾਂ ਨੂੰ ਖਤਮ ਕਰਨਾ ਵਾ, ਨਾ ਕਿ ਬੁਰੇ ਲੋਕਾਂ ਨੂੰ। ਸਾਰਿਆਂ ਨੂੰ ਸਮਝਾਉਣਾ ਵਾ, ਚੰਗੇ ਰਸਤੇ 'ਤੇ ਪਾਉਣਾ ਵਾ, ਕਿਉਂਕਿ ਸਾਰੇ ਈਸ਼ਵਰ ਦੀ ਸੰਤਾਨ ਹੈ, ਉਸ ਪਰਮਾਤਮਾ ਦੀ।
ਔਰ ਸਾਰਿਆਂ ਵਿੱਚ ਰੱਬ ਵਸਦਾ। ਗੁਰੂ ਨਾਨਕ ਸਾਹਿਬ ਨੇ ਕਿਹਾ, ਉਹਨਾਂ ਕਿਹਾ ਕਿ ਜਿਹੜੀਆਂ ਬੁਰਾਈਆਂ ਵਾ ਇਹ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਵਾ। ਇਸ ਲਈ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਹੋਰ ਬਹੁਤ ਸਾਰੀਆਂ ਜਿਹੜੇ ਉਪਦੇਸ਼ ਜਿਹੜੇ ਦਿੱਤੇ ਉਸ ਸਮੇਂ, ਜਿਨ੍ਹਾਂ ਦਾ ਅਸੀਂ ਸ਼ਬਦਾਂ ਵਿੱਚ ਜ਼ਿਕਰ ਵੀ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੇ ਬਹੁਤ ਸਾਰੇ ਸਮਾਜ ਲਈ ਇੰਨੇ ਕੰਮ ਕੀਤੇ ਨੇ ਕਿ ਸੂਰਜ ਨੂੰ ਦੀਵਾ ਦਿਖਾਉਣ ਦੇ ਅਨਿਆਈ ਜਿਹੜੀਆਂ ਅਸੀਂ ਗੱਲਾਂ ਕਰ ਸਕਦੇ ਹਾਂ। ਕਿਉਂਕਿ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰੇ ਅੰਧਾਰ। ਕਿ ਗੁਰੂ ਜਿਹੜੇ ਨੇ ਗੁਰੂ ਨਾਨਕ ਦੇਵ ਜੀ, ਗੁਰੂ ਤੋਂ ਬਿਨਾਂ ਗੁਰੂ ਸਾਹਿਬ ਨੇ ਕਿਹਾ ਕਿ ਗਤੀ ਨਹੀਂ ਹੋ ਸਕਦੀ ਬੰਦੇ ਦੀ। ਗੁਰੂ ਗਿਆਨ ਦਾ ਦੀਵਾ ਵਾ, ਗੁਰੂ ਗਿਆਨ ਦਾ ਜਿਹੜਾ ਵਾ ਸੋਮਾ ਵਾ, ਔਰ ਗਿਆਨ ਦੇ ਨਾਲ ਹੀ ਅਸੀਂ ਅੱਗੇ ਤਰੱਕੀ ਕਰ ਸਕਦੇ ਹਾਂ, ਅੱਗੇ ਵੱਧ ਸਕਦੇ ਹਾਂ। ਅਤੇ ਅੰਧਕਾਰ ਜਿਹੜਾ ਅਗਿਆਨਤਾ, ਇਹਨੂੰ ਦੂਰ ਕਰਕੇ ਚੰਗੇ ਆਚਰਨ ਵਾਲੇ ਮਨੁੱਖ ਬਣ ਕੇ ਆਪਣੇ ਜੀਵਨ ਨੂੰ ਜਿਹੜਾ ਵਾ ਉਹ ਬਸਰ ਕਰਨਾ ਵਾ। ਅਤੇ ਗੁਰੂ ਜਿਹੜਾ ਮੁਕਤੀ ਤੱਕ ਲੈ ਕੇ ਜਾਣ ਵਾਲੀ ਅਸਲੀ ਪੌੜੀ ਆ। ਗੁਰੂ ਬਿਨਾਂ ਮਨੁੱਖ ਨੂੰ ਹਰ ਪਾਸੇ ਜਿਹੜਾ ਵਾ ਹਨੇਰਾ ਹੀ ਹਨੇਰਾ ਆਉਂਦਾ ਵਾ, ਨਜ਼ਰ ਆਉਂਦਾ। ਦੁਨਿਆਵੀ ਤੌਰ 'ਤੇ ਵੀ ਅਸੀਂ ਜਦੋਂ ਕੋਈ ਕੰਮ ਸਿੱਖਦੇ ਹਾਂ ਅਤੇ ਗੁਰੂ ਧਾਰਨਾ ਕਰਦੇ ਹਾਂ, ਕਿਸੇ ਉਸਤਾਦ ਦੀ ਜਿਹੜੀ ਆ ਉਹ ਤੋਂ ਅਸੀਂ ਆਪਣੀ ਜਿਹੜੀ ਸਿੱਖਿਆ ਲੈਂਦੇ ਹਾਂ, ਫਿਰ ਅਸੀਂ ਉਹ ਕੰਮ ਦੇ ਵਿੱਚ ਨਿਪੁੰਨ ਹੁੰਦੇ ਹਾਂ। ਅਤੇ ਕੋਈ ਵੀ ਬੱਚਾ ਜਦੋਂ ਕੋਈ ਕੰਮ ਸਿੱਖਦਾ ਵਾ ਟੀਚਰ ਸਾਹਿਬਾਨ ਤੋਂ, ਆਪਣੇ ਗੁਰੂ ਸਾਹਿਬਾਨਾਂ ਤੋਂ, ਉਹ ਵੀ ਉਹਨਾਂ ਦੇ ਗੁਰੂ ਦੇ ਨਿਆਈ ਹੁੰਦੇ ਆ। ਪਰ ਅਧਿਆਤਮਿਕ ਗੁਰੂ ਜਿਹੜੇ ਨੇ ਉਹ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਜਿੰਨੇ ਵੀ ਗੁਰੂ ਸਾਹਿਬਾਨ ਹੋਏ ਨੇ ਸਾਰੇ ਜਿਹੜੇ ਅਧਿਆਤਮਿਕ ਗੁਰੂ ਨੇ, ਨਾਲ ਨਾਲ ਇਹਨਾਂ ਨੇ ਬੇਸ਼ੱਕ ਸਮਾਜਿਕ ਸੁਧਾਰ ਵੀ ਕੀਤੇ ਨੇ। ਗੁਰੂ ਨਾਨਕ ਦੇਵ ਜੀ ਨੇ ਸਾਰਾ ਨਾਮ ਜਿਹੜਾ ਵਾ, ਨਾਮ ਤੋਂ ਬਿਨਾਂ ਮਨੁੱਖ ਦਾ ਜਿਹੜਾ ਵਾ ਇਸ ਸੰਸਾਰ ਵਿੱਚ ਆਉਣਾ ਫਜ਼ੂਲ ਆ। ਨਾਮ ਦੀ ਕਮਾਈ ਕਰਨੀ, ਪਰਮਾਤਮਾ ਦਾ ਨਾਮ ਜਪਣਾ ਸਭ ਤੋਂ ਵੱਡਾ। ਮਨੁੱਖ ਜਿਹੜਾ ਵਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਕਿ ਦੂਜੇ ਕੰਮ ਜਿਹੜੇ ਆ, ਜਿਹੜੇ ਪਖੰਡ ਕਰਦੇ ਹਾਂ ਅਸੀਂ, ਕਰਮ ਕਾਂਡ ਜਿਹੜੇ ਕਰਦੇ ਹਾਂ, ਉਹ ਕਿਸੇ ਕੰਮ ਨਹੀਂ ਆ। ਸੋ ਜਿਹੜਾ ਨਾਮ ਆ ਇਹ ਜਪਣਾ, ਪਰਮਾਤਮਾ ਦੀ ਬਾਣੀ ਪੜ੍ਹਨੀ ਔਰ ਉਹਦਾ ਨਾਮ ਸਿਮਰਨ ਕਰਨਾ ਜਿਹੜਾ ਵਾ ਉਹ ਜਿਹੜਾ ਸਭ ਕੁਛ ਆ। ਨਾਮ ਤੋਂ ਬਿਨਾਂ ਮਨੁੱਖ ਜਿਹੜਾ ਵਾ ਅਧੂਰਾ ਵਾ। ਸੱਚੇ ਮਨ ਦੇ ਨਾਲ ਨਾਮ ਜਪ ਕੇ ਕੋਈ ਵੀ ਮਨੁੱਖ ਜਿਹੜਾ ਵਾ ਉਹ ਮੁਕਤੀ ਪ੍ਰਾਪਤ ਕਰ ਸਕਦਾ। ਇੱਕ ਮਨਮੁੱਖ ਅਤੇ ਇੱਕ ਗੁਰਮੁਖ ਆ। ਮਨਮੁੱਖ ਜਿਹੜਾ ਵਿਅਕਤੀ ਆ ਉਹ ਮਨ ਦੇ ਪਿੱਛੇ ਲੱਗ ਕੇ ਆਪਣੀਆਂ ਇੰਦਰੀਆਂ ਦੀ ਭੁੱਖ ਜਿਹੜੀ ਮਿਟਾਉਣ ਵਾਸਤੇ ਕਈ ਅਪਰਾਧ ਕਰਦਾ, ਕਈ ਤਰ੍ਹਾਂ ਦੇ ਗਲਤ ਕੰਮ ਕਰਦਾ, ਜਿਹਦੇ ਨਾਲ ਉਹਦਾ ਜੀਵਨ ਬਰਬਾਦ ਹੋ ਜਾਂਦਾ। ਗੁਰੂ ਨਾਨਕ ਦੇਵ ਜੀ ਨੇ ਸਾਰ ਜਿਹੜਾ ਗੁਰਮੁਖ ਆਦਮੀ ਆ ਉਹ ਪਰ ਗੁਰੂ ਦੇ ਆਖੇ ਲੱਗਦਾ ਆਪਣੇ, ਔਰ ਗੁਰੂ ਦੇ ਸਿਧਾਂਤ ਮੁਤਾਬਕ ਆਪਣਾ ਜੀਵਨ ਜਿਉਂਦਾ, ਸਿੱਖਿਆਵਾਂ ਦੇ ਮੁਤਾਬਕ। ਅਤੇ ਉਹ ਜਿਹੜਾ ਮਨੁੱਖ ਆ ਉਹ ਆਪਣੀ ਜੀਵਨ ਨੂੰ ਸਫਲ ਕਰ ਲੈਂਦਾ। ਸੋ ਮਨਮੁੱਖ ਵਿਅਕਤੀ ਇੰਦਰਿਆਵੀ ਭੁੱਖਾਂ ਦੇ ਨਾਲ ਘਿਰਿਆ ਰਹਿੰਦਾ ਵਾ। ਮਨਮੁੱਖ ਵਿਅਕਤੀ ਜਿਹੜਾ ਹਉਮੈ ਦੀ ਭਾਵਨਾ ਦੇ ਨਾਲ, ਉਹਦੇ ਵਿੱਚ ਜਦੋਂ ਮਾਇਆ ਆ ਜਾਂਦੀ, ਚਾਰ ਪੈਸੇ, ਅਤੇ ਉਹ ਜਿਹੜਾ ਵਾ ਉਹਦਾ ਹੰਕਾਰ ਵੱਧ ਜਾਂਦਾ ਵਾ। ਜਾਣੀ ਕਿ ਸਮਝੀਏ ਤਾਂ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਇੱਥੋਂ ਤੱਕ ਕਿ ਜਦੋਂ ਵੀ ਕੋਈ ਪਦਵੀ ਦੇ ਹਾਸਲ ਕਰ ਲੈਂਦਾ ਉਹ, ਅਤੇ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਉਹਦੇ ਵਿੱਚ ਇੰਨੀ ਆਕੜ ਆ ਜਾਂਦੀ ਆ, ਇੰਨੀ ਹਉਮੈ ਆ ਜਾਂਦੀ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਿਹੜਾ ਗੁਰੂ ਵਾਲਾ ਬੰਦਾ ਉਹਦੇ ਵਿੱਚ ਹਉਮੈ ਨਹੀਂ ਆਉਂਦੀ, ਉਹਦੀ ਸਗੋਂ ਨਿਮਰਤਾ ਆਉਂਦੀ ਆ। ਉਹ ਸਗੋਂ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ, ਨਿਵੇਂ ਸੋ ਗੌਰਾ ਹੋਏ। ਗੁਰੂ ਸਾਹਿਬਾਨ ਕਹਿੰਦੇ ਨੇ ਕਿ ਜਿਹੜਾ ਨੀਵੇਂ ਰਹਿੰਦਾ ਵਾ ਉਹ ਸਗੋਂ ਹੋਰ ਜ਼ਿਆਦਾ ਮਜ਼ਬੂਤ ਹੁੰਦਾ। ਆਤਮ ਸਮਰਪਣ ਤੋਂ ਭਾਵ ਗੁਰੂ ਸਾਹਿਬ ਦਾ ਇਹ ਆ ਕਿ ਹਉਮੈ ਤਿਆਗ ਕੇ ਪਰਮਾਤਮਾ ਦੀ ਪ੍ਰਾਪਤੀ ਲਈ ਜਾ ਕਰਨਾ ਅਤਿਅੰਤ ਜ਼ਰੂਰੀ ਹੈ। ਕਿ ਆਪਣਾ ਜਿਹੜਾ ਵਾ ਆਪਾਂ ਪਰਮਾਤਮਾ ਨੂੰ ਸਮਰਪਣ ਕਰ ਦੇਣਾ ਚਾਹੀਦਾ ਵਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਔਰ ਨਦਰ ਤੋਂ ਭਾਵ ਪਰਮਾਤਮਾ ਦੀ ਮਿਹਰ ਤੋਂ ਹੈ।
ਹੁਕਮ ਤੋਂ ਭਾਵ ਪਰਮਾਤਮਾ ਦੇ ਭਾਣੇ ਤੋਂ ਹੈ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਕਿ ਜੇਕਰ ਪਰਮਾਤਮਾ ਦੀ ਮਿਹਰ ਹੋਵੇ ਤੇ ਫਿਰ ਜਿਹੜੀਆਂ ਖੁਸ਼ੀਆਂ ਜਿਹੜੀਆਂ ਵਾ ਸਾਰੀਆਂ ਹੀ ਸਾਡੇ ਕੋਲ ਆ, ਔਰ ਉਹਦੇ ਹੁਕਮ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਸਰ ਕਰਨਾ ਚਾਹੀਦਾ, ਔਰ ਕਿਰਤ ਕਮਾਈ ਕਰਨੀ, ਮਿਹਨਤ ਕਰਨੀ, ਇਮਾਨਦਾਰੀ ਨਾਲ ਆਪਣਾ ਜੀਵਨ ਜਿਹੜਾ ਜਿਉਣਾ। ਅੰਜਣ ਮਾਹੇ ਨਿਰੰਜਨ ਰਹੀਏ ਤੋਂ ਭਾਵ ਸੰਸਾਰ ਦੀਆਂ ਬੁਰਾਈਆਂ ਵਿੱਚ ਰਹਿੰਦੇ ਹੋਏ ਵੀ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਆਪਣੇ ਪੈਰੋਕਾਰਾਂ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਨਾਂ ਦੀਆਂ 3 ਗੱਲਾਂ 'ਤੇ ਚੱਲਣ ਲਈ ਕਿਹਾ। ਔਰ ਕੀਰਤਨ ਦੀ ਪ੍ਰਥਾ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ। ਗੁਰੂ ਨਾਨਕ ਸਾਹਿਬ ਨੇ ਇਸਤਰੀਆਂ ਦੀ ਦਸ਼ਾ ਸੁਧਾਰਨ ਦੇ ਲਈ ਬਾਲ ਵਿਆਹ, ਪਰਦਾ ਪ੍ਰਥਾ, ਸਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ, ਵਿਰੋਧ ਕੀਤਾ, ਔਰ ਉਹਨਾਂ ਨੇ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਹੱਕ ਦੇਣ ਦੇ ਲਈ ਪ੍ਰਚਾਰ ਕੀਤਾ। ਗੁਰੂ ਨਾਨਕ ਦੇਵ ਜੀ ਨੇ 1521 ਈਸਵੀ ਵਿੱਚ ਕਰਤਾਰਪੁਰ ਦੀ ਸਥਾਪਨਾ ਕੀਤੀ, ਔਰ ਕਰਤਾਰਪੁਰ ਤੋਂ ਭਾਵ ਪਰਮਾਤਮਾ ਦਾ ਸ਼ਹਿਰ। ਕਰਤਾਰ ਇੱਥੇ ਪਰਮਾਤਮਾ ਨੂੰ ਕਿਹਾ ਗਿਆ ਵਾ। ਸੋ ਕਰਤਾਰਪੁਰ ਵਿੱਚ ਗੁਰੂ ਨਾਨਕ ਸਾਹਿਬ ਨੇ ਸੰਗਤ ਅਤੇ ਪੰਗਤ ਨਾਂ ਦੀਆਂ 2 ਜਿਹੜੀਆਂ ਸੰਸਥਾਵਾਂ ਵੀ ਚਲਾਈਆਂ, ਕਾਇਮ ਕੀਤੀਆਂ। ਸੰਗਤ ਤੋਂ ਭਾਵ ਇਹ ਆ ਕਿ ਉਹ ਸਮੂਹ ਜੋ ਇਕੱਠੇ ਮਿਲ ਕੇ ਗੁਰੂ ਦੇ ਹੁਕਮ ਨੂੰ ਸੁਣਦੇ ਆ, ਗੁਰੂ ਦੇ ਉਪਦੇਸ਼ਾਂ ਨੂੰ ਸੁਣਦੇ ਆ, ਉਹਦੀ ਬਾਣੀ ਸੁਣਦੇ ਆ, ਗੁਰੂ ਸਾਹਿਬਾਨ ਦੇ ਉਪਦੇਸ਼ਾਂ 'ਤੇ ਵਿਚਾਰ ਵਟਾਂਦਰਾ ਕਰਦੇ ਆ, ਔਰ ਗੁਰੂ ਸਾਹਿਬ ਦੇ ਹੁਕਮਾਂ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਆ। ਪੰਗਤ ਤੋਂ ਭਾਵ ਕਤਾਰਾਂ ਵਿੱਚ ਬੈਠ ਕੇ ਲੰਗਰ ਛਕਣ ਤੋਂ ਹੈ, ਜਿੱਥੇ ਕੋਈ ਵੀ ਕਿਸੇ ਵੀ ਜਾਤੀ ਦੇ ਨਾਲ, ਕਿਸੇ ਵੀ ਧਰਮ ਦੇ ਨਾਲ ਕੋਈ ਸੰਬੰਧਿਤ ਹੋਵੇ, ਭਾਵੇਂ ਕੋਈ ਅਮੀਰ ਹੋਵੇ, ਭਾਵੇਂ ਕੋਈ ਗਰੀਬ ਹੋਵੇ, ਸਾਰੇ ਇੱਕ ਪੰਗਤ ਵਿੱਚ ਬੈਠ ਕੇ, ਕਤਾਰ ਦੇ ਵਿੱਚ ਬੈਠ ਕੇ, ਬਿਨਾਂ ਕਿਸੇ ਭੇਦਭਾਵ ਦੇ ਇੱਕੋ ਜਿਹਾ ਹੀ ਸਭ ਨੂੰ ਪ੍ਰਸ਼ਾਦਾ ਮਿਲਦਾ, ਔਰ ਸਾਰੇ ਰਲ ਕੇ ਜਿਹੜੇ ਪ੍ਰਸ਼ਾਦਾ ਪਾਣੀ ਛਕਦੇ ਆ। ਔਰ ਇਹਦੇ ਨਾਲ ਜਾਤ ਪਾਤ ਅਤੇ ਊਚ ਨੀਚ 'ਤੇ ਬੜੀ ਵੱਡੀ ਸੱਟ ਵੱਜੀ। ਗੁਰੂ ਸਾਹਿਬ ਨੇ ਲੰਗਰ ਜਿਹੜਾ ਵਾ ਉਹ ਸ਼ੁਰੂ ਕੀਤਾ ਸੀਗਾ। ਕਹਿ ਸਕਦੇ ਹਾਂ ਕਿ ਭੁੱਖੇ ਸਾਧੂਆਂ ਨੂੰ ਜਦੋਂ ਲੰਗਰ ਛਕਾਇਆ ਸੀਗਾ, ਲੰਗਰ ਪ੍ਰਥਾ ਤਾਂ ਉਦੋਂ ਹੀ ਆਰੰਭ ਹੋ ਗਈ ਸੀ। ਸੋ ਇਸ ਵਿੱਚ ਸੰਗਤ ਵਿੱਚ ਆਏ ਸਾਰੇ ਪੁਰਸ਼ ਜਿਹੜੇ ਆ ਅਤੇ ਇਸਤਰੀਆਂ ਜਿਹੜੀਆਂ ਬਿਨਾਂ ਕਿਸੇ ਵਿਤਕਰੇ ਦੇ ਲੰਗਰ ਜਿਹੜੀਆਂ ਛਕਦੀਆਂ ਸੀ, ਇਸਤਰੀਆਂ ਨੂੰ ਜਿਹੜਾ ਵਾ ਉਹ ਮਰਦਾਂ ਦੇ ਬਰਾਬਰ ਲੰਗਰ ਛਕਣ ਦਾ ਅਧਿਕਾਰ ਪ੍ਰਾਪਤ ਹੋ ਗਿਆ। ਇਹਦੇ ਨਾਲ ਇਸਤਰੀ ਅਤੇ ਜਿਹੜੇ ਪੁਰਸ਼ ਆ ਉਹ ਬਰਾਬਰ ਕਰਨ ਦੇ ਵਿੱਚ ਲੰਗਰ ਪ੍ਰਥਾ ਨੇ ਵੀ ਇੱਕ ਬੜੀ ਵੱਡੀ ਜਿਹੜੀ ਮਹੱਤਵਪੂਰਨ ਭੂਮਿਕਾ ਨਿਭਾਈ। ਫਿਰ ਸੰਗਤ ਵਿੱਚ ਬੈਠ ਕੇ ਗੁਰੂ ਦੇ ਉਪਦੇਸ਼ਾਂ ਨੂੰ ਇਸਤਰੀਆਂ ਸੁਣਦੀਆਂ ਸੀਗੀਆਂ, ਕਿਉਂਕਿ ਉਸ ਸਮੇਂ ਇਸਤਰੀਆਂ ਦੀ ਹਾਲਤ ਜਿਹੜੀ ਆ ਕੋਈ ਚੰਗੀ ਨਹੀਂ ਸੀ, ਮਰਦ ਪ੍ਰਧਾਨ ਸਮਾਜ ਸੀਗਾ। ਗੁਰੂ ਨਾਨਕ ਦੇਵ ਜੀ ਨੂੰ ਕ੍ਰਾਂਤੀਕਾਰੀ ਵੀ ਕਈ ਮੰਨਦੇ ਆ ਕਿ ਉਹਨਾਂ ਨੇ ਇਨਕਲਾਬ ਲਿਆਂਦਾ ਸਮਾਜ ਵਿੱਚ। ਕਈ ਇਤਿਹਾਸਕਾਰ ਜਿਹੜੇ ਉਹਨਾਂ ਨੂੰ ਕਹਿੰਦੇ ਨੇ। ਸੋ ਗੁਰੂ ਨਾਨਕ ਦੇਵ ਜੀ ਜਿਹੜੇ ਆ ਉਹ ਵਾਕਿਆ ਹੀ ਇੱਕ ਸੁਧਾਰਕ ਸੀਗੇ, ਨਾਲ ਰਹਿਬਰ ਤਾਂ ਹੈਗੇ ਸੀ। ਉਹ ਗੁਰੂ ਸੀਗੇ, ਅਧਿਆਤਮਕ ਰੱਬੀ ਵਿਚਾਰਾਂ ਵਾਲੇ ਸੀ, ਲੇਕਿਨ ਨਾਲ ਉਹਨਾਂ ਨੇ ਸਮਾਜ ਦੇ ਵਿੱਚ ਵੀ ਇਕੁਐਲਿਟੀ, ਸਮਾਨਤਾ ਜਿਹੜੀ ਲਿਆਂਦੀ। ਸੋ ਗੁਰੂ ਨਾਨਕ ਦੇਵ ਜੀ ਜਿਹੜੇ ਆ ਉਹ ਜਿਹੜੇ ਪੁਰਾਣੇ ਜਿਹੜੇ ਰੂੜੀਵਾਦੀ ਵਿਚਾਰ ਆ ਉਹਨਾਂ ਦੇ ਖਿਲਾਫ ਸੀਗੇ। ਜਿਹੜੇ ਕਰਮਕਾਂਡ ਆ ਸਮਾਜ ਜੋ ਸਮੇਂ ਪ੍ਰਚਲਿਤ, ਉਹਨਾਂ ਦਾ ਵੀ ਉਹਨਾਂ ਨੇ ਖੰਡਨ ਕੀਤਾ। ਉਹਨਾਂ ਨੇ ਇੱਕ ਪਰਮਾਤਮਾ ਦੀ ਇੱਕ ਈਸ਼ਵਰ ਦੀ ਭਗਤੀ ਕਰਨ 'ਤੇ ਜ਼ੋਰ ਦਿੱਤਾ। ਅਵਲ ਅੱਲਾ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸੋ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜਿਹੜਾ ਆਖਰੀ ਸਮਾਂ ਫਿਰ ਬਾਅਦ ਦੇ ਵਿੱਚ ਕਰਤਾਰਪੁਰ ਦੇ ਵਿੱਚ ਕਹਿੰਦੇ ਨੇ ਬਤੀਤ ਕੀਤਾ ਵਾ, ਜਿਹੜਾ ਪਾਕਿਸਤਾਨ ਦੇ ਵਿੱਚ ਇਸ ਵੇਲੇ। ਔਰ ਗੁਰੂ ਨਾਨਕ ਸਾਹਿਬ ਜੀ ਦੀਆਂ ਮੁੱਖ ਜਿਹੜੀਆਂ ਬਾਣੀਆਂ ਵਾ ਜਪਜੀ ਸਾਹਿਬ, 12 ਮਾਹ, ਵਾਰ ਮਲਹਾਰ, ਵਾਰ ਆਸਾ। ਇਸ ਤੋਂ ਇਲਾਵਾ
ਹੋਰ ਵੀ ਬਹੁਤ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਨੇ ਰਚੀ ਆ। ਸੋ ਗੁਰੂ ਨਾਨਕ ਦੇਵ ਜੀ ਨੇ ਸਾਡੇ ਵਾਸਤੇ ਜੋ ਕੰਮ ਕੀਤੇ ਨੇ ਇਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਜਿਹੜਾ ਪੂਜਿਆ ਜਾਵੇਗਾ, ਨਮਸਕਾਰ ਕੀਤੀ ਜਾਵੇਗੀ। ਕਿਉਂਕਿ ਉਹਨਾਂ ਨੇ ਅਜਿਹੇ ਕੰਮ ਕੀਤੇ ਆ ਜਿਨ੍ਹਾਂ ਦੇ ਨਾਲ ਉਹਨਾਂ ਦਾ ਨਾਂ ਜਿਹੜਾ ਵਾ ਸਾਰੇ ਪਾਸੇ ਜਿਹੜਾ ਵਾ ਸੂਰਜ ਦੇ ਨਿਆਏ ਸੂਰਜ ਵਾਂਗ ਚਮਕਣ ਲੱਗ ਪਿਆ। ਉਹ ਕਿਸੇ ਵਿਸ਼ੇਸ਼ ਵਰਗ ਦੇ ਨਾਲ ਸੰਬੰਧਿਤ ਗੁਰੂ ਨਹੀਂ ਸੀਗੇ। ਉਹਨਾਂ ਨੇ ਹਰੇਕ ਵਿਅਕਤੀ ਦੇ ਲਈ, ਹਰੇਕ ਸਮਾਜ ਦੇ ਲਈ, ਹਰੇਕ ਉਹ ਜਿਹੜੇ ਮੁਸਲਮਾਨ ਆ ਉਹਨਾਂ ਨੂੰ ਪੀਰ ਕਹਿੰਦੇ ਨੇ, ਔਰ ਹਿੰਦੂ ਉਹਨਾਂ ਨੂੰ ਦੇਵਤਾ ਕਹਿੰਦੇ ਨੇ, ਔਰ ਸਿੱਖ ਉਹਨਾਂ ਨੂੰ ਗੁਰੂ ਕਹਿੰਦੇ ਨੇ। ਇਸ ਤਰ੍ਹਾਂ ਸਾਰੇ ਕ੍ਰਿਸਚੀਅਨ ਵੀ ਉਹਨਾਂ ਨੂੰ ਕਹਿਣ ਤੋਂ ਭਾਵ ਕਿ ਉਹਨਾਂ ਦਾ ਕਿਸੇ ਇੱਕ ਵਿਸ਼ੇਸ਼ ਵਰਗ ਨਾਲ ਸੰਬੰਧਿਤ ਨਹੀਂ, ਉਸ ਜਗਤ ਗੁਰੂ ਸੀਗੇ। ਉਹਨਾਂ ਦਾ ਸਾਰੇ ਸਮਾਜ ਦੇ ਉਹਨਾਂ ਦਾ ਕੰਮ ਸੀ ਸੁਧਾਰ ਕਰਨਾ, ਜਿਹੜਾ ਮੇਨ ਮੋਟਿਵ ਸੀਗਾ ਉਹਨਾਂ ਦਾ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਵੀ ਫਰਮਾਇਆ ਵਾ, ਉਹਨਾਂ ਨੇ ਮਨੁੱਖਤਾ ਦੇ ਭਲੇ ਲਈ ਕਾਰਜ ਕੀਤੇ ਆ, ਔਰ ਮਨੁੱਖਤਾ ਹੀ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਧਰਮ ਸੀਗਾ, ਇਨਸਾਨੀਅਤ ਜਿਹੜਾ ਵਾ। ਸੋ ਗੁਰੂ ਨਾਨਕ ਸਾਹਿਬ ਵਰਗਾ ਗੁਰੂ ਲੱਭਣਾ ਜਿਹੜਾ ਵਾ ਉਹ ਸੰਸਾਰ ਵਿੱਚ ਮੁਸ਼ਕਿਲ ਆ। ਸੋ ਗੁਰੂ ਨਾਨਕ ਦੇਵ ਜੀ ਨੂੰ ਕੋਟ ਕੋਟ ਪ੍ਰਣਾਮ, ਔਰ ਹੱਥ ਜੋੜ ਕੇ ਨਿਮਰਤਾ ਸਹਿਤ ਅਸੀਂ ਬੇਨਤੀ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਜਿਹੜੇ ਨੇ ਇੱਕ ਮਹਾਨ ਗੁਰੂ ਸੀਗੇ। ਉਹਨਾਂ ਵਰਗਾ ਗੁਰੂ ਜਿਹੜਾ ਵਾ ਉਹ ਸ਼ਾਇਦ ਹੀ ਸਮਾਜ ਵਿੱਚ ਕੋਈ ਗਾਂ ਆਵੇ, ਕਿਉਂਕਿ ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਆ, ਇਹੋ ਜਿਹਾ ਸੁਧਾਰ ਲਿਆਂਦਾ ਵਾ। ਉਹਨਾਂ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਵਾ, ਔਰ ਉਹਨਾਂ ਨੇ ਜਿਹੜੀਆਂ ਸਮਾਜ ਵਿੱਚ ਉਸ ਸਮੇਂ ਕੁਰੀਤੀਆਂ ਸੀ ਜਿਹੜੀਆਂ ਫੈਲੀਆਂ, ਉਹਨਾਂ ਦਾ ਵੀ ਖੰਡਨ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ 4 ਉਦਾਸੀਆਂ ਵੀ ਕੀਤੀਆਂ, ਜਿਨ੍ਹਾਂ ਦਾ ਅਸੀਂ ਬਾਅਦ ਵਿੱਚ ਜ਼ਿਕਰ ਕਰਾਂਗੇ। ਔਰ ਉਦਾਸੀਆਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਵੱਖ ਵੱਖ ਥਾਵਾਂ 'ਤੇ ਜਾ ਕੇ ਉਹਨਾਂ ਨੂੰ ਸਮਝਾਇਆ ਕਿ ਪ੍ਰਮਾਤਮਾ ਤੁਹਾਡੇ ਅੰਦਰ ਆ, ਪ੍ਰਮਾਤਮਾ ਹਿਰਦੇ ਵਿੱਚ ਆ, ਉਹਨੂੰ ਢੂੰਡਣ ਦੀ ਲੋੜ ਆ। ਔਰ ਕਰਮ ਕਾਂਡਾਂ ਦੀ ਬਜਾਏ ਕਰਮ ਚੰਗੇ ਕਰੋ, ਨੇਕ ਕੰਮ ਕਰੋ, ਪ੍ਰਮਾਤਮਾ ਦੀ ਬੰਦਗੀ ਕਰੋ, ਔਰ ਦੂਜੇ ਦਾ ਲਈ ਚੰਗਾ ਸੋਚੋ, ਚੰਗੇ ਕੰਮ ਕਰੋ। ਕਿਉਂਕਿ ਗੁਰੂ ਜਿਹੜਾ ਵਾ ਉਹ ਹਮੇਸ਼ਾ ਚੰਗੇ ਕੰਮਾਂ 'ਤੇ ਜ਼ੋਰ ਦਿੰਦਾ ਵਾ। ਸੋ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਿੰਨਾ ਬੋਲਿਆ ਜਾਵੇ, ਜਿੰਨੀਆਂ ਉਹਨਾਂ ਦੀਆਂ ਸਿਫਤਾਂ ਕੀਤੀਆਂ ਜਾਣ, ਵਡਿਆਈ ਕੀਤੀ ਜਾਵੇ, ਉਨੀ ਥੋੜ੍ਹੀ ਆ। ਕਿਉਂਕਿ ਸ਼ਬਦ ਜਿਹੜੇ ਆ ਥੋੜ੍ਹੇ ਪੈ ਜਾਂਦੇ ਆ। ਉਹਨਾਂ ਨੂੰ ਜਿਵੇਂ ਕਹਿ ਸਕਦੇ ਹਾਂ ਕਿ ਸੂਰਜ ਨੂੰ ਦੀਵਾ ਵਿਖਾਉਣ ਦੇ ਨਿਆਈ ਆ ਸ਼ਬਦ, ਕਿਉਂਕਿ ਉਹ ਗੁਣਾਂ ਦੇ ਅਮੋਲ ਖਜ਼ਾਨੇ ਸੀਗੇ। ਔਰ ਗੁਰੂ ਸਾਹਿਬਾਨ ਦੀ ਜਿੰਨੀ ਵਡਿਆਈ ਕੀਤੀ ਜਾਵੇ ਉਨੀ ਥੋੜ੍ਹੀ ਆ। ਔਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜੋਤੀ ਜੋਤ ਸਮਾਉਣ ਦਾ ਸਮਾਂ ਸੀਗਾ, ਉਹ 1539 ਈਸਵੀ ਵਿੱਚ ਕਰਤਾਰਪੁਰ ਵਿਖੇ ਆਪ ਜੀ ਜਿਹੜੇ ਆ ਜੋਤੀ ਜੋਤ ਸਮਾ ਗਏ। ਔਰ ਗੁਰੂ ਨਾਨਕ ਦੇਵ ਜੀ ਨੇ ਆਪਣਾ ਜਿਹੜਾ ਵਾ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਂਪੀ, ਕਿਉਂਕਿ ਭਾਈ ਲਹਿਣਾ ਜੀ ਜਿਹੜੇ ਸੀ, ਉਹਨਾਂ ਦਾ ਪਹਿਲਾ ਨਾਂ ਲਹਿਣਾ ਜੀ ਸੀ। ਔਰ ਉਹਨਾਂ ਨੂੰ ਆਪਣਾ ਅੰਗ ਬਣਾਇਆ, ਔਰ ਅੰਗਦ ਦੇਵ ਜੀ ਦੇ ਨਾਂ ਨਾਲ ਦੂਸਰੇ ਗੁਰੂ ਸਾਨੂੰ ਮਿਲੇ। ਔਰ ਉਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੀਆਂ ਪੈੜਾਂ 'ਤੇ ਚੱਲ ਕੇ ਸਮਾਜ ਦੇ ਲਈ ਨੇਕਾਂ ਕਾਰਜ ਕੀਤੇ, ਗੁਰਬਾਣੀ ਦੀ ਰਚਨਾ ਕੀਤੀ। ਸੋ ਭਾਈ ਲਹਿਣਾ ਜੀ ਨੂੰ ਉੱਤਰਾਧਿਕਾਰੀ ਆਪਣਾ ਨਿਯੁਕਤ ਕੀਤਾ, ਔਰ ਉਹਨਾਂ ਨੂੰ ਅੰਗਦ ਦਾ ਨਾਂ ਦਿੱਤਾ। ਸੋ ਭਾਈ ਲਹਿਣਾ ਨੂੰ ਅੰਗਦ ਦੇਵ ਦਾ ਨਾਂ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀਗਾ। ਸੋ ਇਹ ਨਾਂ ਗੁਰੂ ਨਾਨਕ ਦੇਵ ਜੀ ਨੇ ਇਸ ਲਈ ਦਿੱਤਾ ਕਿਉਂਕਿ ਉਹ ਲਹਿਣਾ ਜੀ ਨੂੰ ਆਪਣੇ ਸਰੀਰ ਦਾ ਅੰਗ ਹੀ ਸਮਝਦੇ ਸੀਗੇ। ਸੋ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਦੀ ਥਾਂ ਭਾਈ ਲਹਿਣਾ ਜੀ ਨੂੰ ਉੱਤਰਾਧਿਕਾਰੀ ਜਿਹੜਾ ਵਾ
ਨਿਯੁਕਤ ਕੀਤਾ, ਜਾਂ ਇਸ ਲਈ ਕੀਤਾ ਕਿਉਂਕਿ ਭਾਈ ਲਹਿਣਾ ਜੀ ਨੇ ਗੁਰੂ ਸਾਹਿਬ ਦੀ ਅਣਥੱਕ ਸੇਵਾ ਕੀਤੀ ਔਰ ਉਹਨਾਂ ਦੀ ਸੁਭਾਅ ਤੋਂ ਗੁਰੂ ਨਾਨਕ ਸਾਹਿਬ ਜੀ ਬਹੁਤ ਪ੍ਰਭਾਵਿਤ ਹੋਏ ਸੀਗੇ, ਉਹਨਾਂ ਦੀ ਨਿਮਰਤਾ ਤੋਂ, ਉਹਨਾਂ ਦੇ ਗੁਣਾਂ ਤੋਂ। ਸੋ ਇਸ ਲਈ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪੀ। ਸੋ ਕਹਿ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਦੁਆਰਾ ਇਸ ਤਰ੍ਹਾਂ ਕਰਨ ਦੇ ਨਾਲ ਸਿੱਖ ਧਰਮ ਵਿੱਚ ਗੁਰਗੱਦੀ ਦੀ ਪਰੰਪਰਾ ਚੱਲ ਪਈ ਔਰ ਇਸ ਨਾਲ ਸਿੱਖ ਧਰਮ ਦੀ ਨੀਂਹ ਜਿਹੜੀ ਆ ਉਹ ਮਜ਼ਬੂਤ ਹੋਈ। ਸੋ ਦਾਸ ਕੋਲੋਂ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਜਦੋਂ ਮਨੁੱਖ ਕੋਈ ਵੀ ਗੱਲਾਂ ਕਰਦਾ ਹੈ, ਪ੍ਰਚਾਰ ਕਰਦਾ ਹੈ ਜਾਂ ਕੰਮ ਕਰਦਾ ਹੈ ਤਾਂ ਸੁਭਾਵਿਕ ਹੀ ਉਹਦੇ ਕੋਲੋਂ ਊਣਤਾਈਆਂ ਵੀ ਰਹਿ ਜਾਂਦੀਆਂ, ਗਲਤੀਆਂ ਵੀ ਹੋ ਜਾਂਦੀਆਂ। ਸੋ ਜੇਕਰ ਗੁਰੂ ਸਾਹਿਬਾਨ ਦੇ ਜੀਵਨ ਸੰਬੰਧੀ ਵਿਚਾਰਾਂ ਕਰਦਿਆਂ ਦਾਸ ਕੋਲੋਂ ਕੁਝ ਭੁੱਲਾਂ ਹੋ ਗਈਆਂ ਹੋਣਗੀਆਂ ਤਾਂ ਸਾਧ ਸੰਗਤ ਤੇ ਆਪ ਸਭ ਗੁਰੂ ਸਾਹਿਬਾਨ ਸਾਰੇ ਮਾਫ਼ ਕਰਨ ਯੋਗ ਜੇ। ਦਾਸ ਨੂੰ ਮਾਫ਼ ਕਰ ਦੇਣਾ ਮੈਂ ਖਿਮਾ ਦਾ ਜਾਚਕ ਹਾਂ। ਔਰ ਕਿਉਂਕਿ ਜੇਕਰ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਸੰਬੰਧੀ ਆਪਣੇ ਬੱਚਿਆਂ ਨੂੰ ਨਾ ਦੱਸਾਂਗੇ ਤਾਂ ਫਿਰ ਕੌਣ ਦੱਸੇਗਾ। ਸੋ ਗੁਰੂ ਸਾਹਿਬਾਨ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਆ। ਉਹ ਸਾਡੇ ਮਾਰਗ ਦਰਸ਼ਕ ਆ, ਰਹਿਬਰ ਆ ਸਾਡੇ, ਅਤੇ ਉਹਨਾਂ ਦੇ ਜੀਵਨ ਸੰਬੰਧੀ ਜਾਣਕਾਰੀ ਜਿਹੜੀ ਹੋਣੀ ਬਹੁਤ ਜ਼ਰੂਰੀ ਹੈ। ਤਾਂ ਹੀ ਸਮਾਜ ਚੰਗੀਆਂ ਲੀਹਾਂ 'ਤੇ ਚੱਲ ਸਕਦਾ, ਕਿਉਂ ਗੁਰੂ ਨਾਨਕ ਸਾਹਿਬ ਨੇ ਹਮੇਸ਼ਾ ਚੰਗੇ ਕਰਮਾਂ 'ਤੇ ਜ਼ੋਰ ਦਿੱਤਾ, ਕਿਉਂਕਿ ਅਮਲਾਂ ਦੇ ਨਾਲ ਹੀ ਨਿਬੇੜੇ ਹੋਣੇ ਆ। ਸੋ ਕਰਮ ਚੰਗੇ ਕਰੋ, ਪਰਮਾਤਮਾ ਵਿੱਚ ਵਿਸ਼ਵਾਸ ਰੱਖੋ ਔਰ ਕਦੇ ਕਿਸੇ ਦਾ ਕੋਈ ਮਾੜਾ ਨਾ ਸੋਚੋ। ਹਰ ਇੱਕ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਿੱਚ ਵਿਸ਼ਵਾਸ ਰੱਖੋ। ਸੋ ਬੋਲਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਫਿਰ ਵੀ ਮੈਂ ਇੱਕ ਵਾਰੀ ਫੇਰ ਆਪ ਜੀ ਤੋਂ, ਸਭ ਤੋਂ, ਸੰਗਤ ਤੋਂ, ਗੁਰੂ ਸਾਹਿਬਾਨ ਤੋਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿਹੜੀ ਹੱਥ ਜੋੜ ਕੇ ਮਾफ़ੀ ਮੰਗਦਾ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।